ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ, ਇਹ ਗੁਰਮੁਖਾਂ ਵੱਲੋਂ ਸਵਾਲ ਆਇਆ ਹੈ ਕਿ ਸਿਰਫ ਸਿਮਰਨ ਕਰਨ ਨਾਲ ਹੀ ਜੀਵਨ ਵਧੀਆ ਬਣਦਾ ਹੈ ਕਿ ਜਾਂ ਫਿਰ ਕੋਈ ਜੀਵਨ ਵਿੱਚ ਤਬਦੀਲੀ ਲਿਆਉਣ ਵੀ ਅਸਰ ਹੁੰਦਾ ਹੈ, ਜਿਸ ਤਰ੍ਹਾਂ ਕਿ ਡਾਇਟ, ਐਕਸਰਸਾਈਜ਼ ਜਾਂ ਕੰਮ ਘੱਟ ਕਰਨ ਨਾਲ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਸਾਡੇ ਮਨ ਦਾ ਤਨ ਦਾ ਭੇਦ ਦਿੱਤਾ ਹੈ। ਗੁਰੂ ਸਾਹਿਬ ਗੁਰਬਾਣੀ ਵਿੱਚ ਫਰਮਾਉਂਦੇ ਆ, ਸੋ ਉਹਨਾਂ ਦੇ ਵਿੱਚੋਂ ਪ੍ਰਕਾਸ਼ ਰੂਪ ਉਹ ਜਿਹੜੇ ਮਨ ਦੇ ਤੱਤ ਆ ਉਹ ਪ੍ਰਗਟ ਹੋਏ ਆ, ਜਿਹਨੂੰ ਮਾਰੇ ਕਹਿੰਦੇ ਪੰਚ ਤੱਤ ਸੁਨੋ ਪ੍ਰਗਾਸਾ ਦੇ ਸੰਜੋਗੀ ਕਰਮ ਅਭਿਆਸਾ। ਕਿ ਜਿਹੜੇ ਮਨ ਦੇ ਪੰਜ ਤੱਤ ਆ ਇਹ ਪ੍ਰਕਾਸ਼ ਰੂਪ ਨੇ, ਇਹ ਸੱਚ 'ਚੋਂ ਪੈਦਾ ਹੋਏ ਆ, ਜਿਹਨੂੰ ਮਾਰੇ ਕਹਿੰਦੇ ਪੰਜ ਤੱਤ ਸੁਨੋ ਪ੍ਰਗਾਸਾ। ਸੁਣ ਕੇ ਪਰਮਾਤਮਾ ਨੂੰ ਦੇ ਵਿੱਚ ਇਹਨਾਂ ਦਾ ਪ੍ਰਕਾਸ਼ ਹੋਇਆ ਆ ਅਤੇ ਇਸ ਮਨ ਨੂੰ ਦੇਹ ਦੇ ਨਾਲ ਜੋੜਿਆ ਗਿਆ, ਦੇਹ ਸੰਜੋਗੀ ਕਰਮ ਅਭਿਆਸਾ। ਜਦੋਂ ਦੇਹ ਨਾਲ ਜੋੜਿਆ ਜਾਂਦਾ ਫਿਰ ਇੱਥੇ ਅਸੀਂ ਸੰਸਾਰ ਵਿੱਚ ਆਉਂਦੇ ਹਾਂ। ਜਦੋਂ ਅਸੀਂ ਸੰਸਾਰ 'ਚ ਆ ਕੇ ਤ੍ਰੈ ਗੁਣਾਂ ਦੀ ਵਿੱਦਿਆ ਲੈ ਕੇ ਕੋਈ ਕਰਮ ਕਰਦੇ ਹਾਂ, ਉਹ ਅਸੀਂ ਇਸ ਤਨ ਨੂੰ ਪਾਲਣ ਵਾਸਤੇ ਕਰਦੇ ਹਾਂ। ਅਤੇ ਗੁਰਬਾਣੀ 'ਚ ਸਰੀਰ ਨੂੰ ਘਰ, ਪਿੰਡ, ਕਿਲ੍ਹਾ, ਦੇਹ, ਤਨ, ਕਾਇਆ, ਕੋਠੜੀ ਕਿਹਾ ਹੈ। ਅਸੀਂ ਸੰਸਾਰ 'ਚ ਰਹਿੰਦਿਆਂ ਹੋਇਆਂ ਸਾਨੂੰ ਇਹ ਦੇਹ ਮਿਲੀ ਆ ਅਤੇ ਇਹਨੂੰ ਮਿੱਟੀ ਵੀ ਕਿਹਾ ਆ। ਅਤੇ ਜਦੋਂ ਇਹਦੇ ਵਿੱਚ ਜੋਤ ਪਾਈ ਜਾਂਦੀ ਆ, ਮਹਾਰਾਜ ਗੁਰਬਾਣੀ 'ਚ ਕਹਿੰਦੇ ਆ, ਜੋਤ ਪ੍ਰਗਾਸ ਭਈ ਮਾਟੀ ਸੰਗ ਦੁਰਲੱਭ ਦੇ ਬਖਾਨਿਓ। ਇਹਦੇ ਵਿੱਚ ਪਰਮਾਤਮਾ ਆਪਦਾ ਪਰਿਵਾਰ ਪਾਉਂਦੇ ਆ, ਜੋਤ ਪਾਉਂਦੇ ਆ, ਮਨ ਵੀ ਜੋਤ ਸਰੂਪ ਆ। ਜਦੋਂ ਇਹਦਾ ਸੰਯੋਗ ਮਨ ਦਾ ਇਸ ਦੇਹ ਨਾਲ ਹੁੰਦਾ, ਇਹਨੂੰ ਫਿਰ ਦੇਹ ਕਿਹਾ ਜਾਂਦਾ। ਉਹਦਾ ਇਹ ਮਿੱਟੀ ਹੈ ਸਾਡਾ ਤਨ। ਅਤੇ ਮਹਾਰਾਜ ਕਹਿੰਦੇ ਜੋਤ ਪ੍ਰਗਾਸ ਭਈ ਮਾਟੀ ਸੰਗ ਦੁਰਲੱਭ ਦੇ ਵਿਖਾਨਿਓ। ਫਿਰ ਇਹ ਦੁਰਲੱਭ ਦੇ ਵਿਖਾਉਂਦੀ ਜਦੋਂ ਇਸ ਵਿੱਚ ਜੋਤ ਹੁੰਦੀ। ਉਹਦਾ ਜੇ ਜੋਤ ਵੀ ਚਲੀ ਜਾਏ, ਪੌਣੇ ਤੋਂ ਖਿੱਚੀ ਜਾਏ, ਫਿਰ ਇਹ ਮਿੱਟੀ ਆ ਸਾਡਾ ਤਨ। ਜਦੋਂ ਅਸੀਂ ਮਨ ਦੀ ਖੋਜ ਕਰਨੀ ਹੁੰਦੀ ਹੈ, ਇਸ ਸਰੀਰ ਵਿੱਚ ਰਹਿੰਦੇ ਅਸੀਂ ਪਰਮਾਤਮਾ ਨਾਲ ਮਿਲਾਪ ਕਰਨਾ ਹੁੰਦਾ। ਸੋ ਤਨ ਦੀ ਖੁਰਾਕ ਲੈਣੀ ਵੀ ਜ਼ਰੂਰੀ ਆ ਅਤੇ ਮਨ ਦੀ ਖੁਰਾਕ ਵੀ ਲੈਣੀ ਵੀ ਜ਼ਰੂਰੀ ਹੈ। ਸੋ ਤਨ ਦਾ ਅਤੇ ਮਨ ਦੇ ਨਾਲ ਸੰਪਰਕ ਆ ਜਿੰਨਾ ਚਿਰ ਸਵਾਸ ਆ। ਅਤੇ ਇਸ ਖੇਲ ਨੂੰ ਅਸੀਂ ਸੰਸਾਰ ਵਿੱਚ ਖੇਲਣਾ ਹੈ, ਜਿਸ ਖੇਲ ਦੇ ਵਿੱਚ ਅਸੀਂ ਸਾਰੇ ਆ ਚੁੱਕੇ ਹਾਂ ਖਿਡਾਰੀ ਬਣ ਕੇ। ਇਸ ਖੇਲ ਨੂੰ ਅਸੀਂ ਖੇਲਣਾ ਹੁੰਦਾ। ਸੋ ਤਨ ਦਾ ਨਾਲ ਸਾਡੇ ਰੋਲ ਰਹਿੰਦਾ ਹੈ, ਪਰ ਇਸ ਤਨ ਨੂੰ ਫਿਰ ਅਸੀਂ ਛੱਡ ਕੇ ਮਾਲਕ ਨਾਲ ਮਿਲਾਪ ਕਰਨਾ ਹੁੰਦਾ। ਜਿਹਨੂੰ ਮਾਰੇ ਕਹਿੰਦੇ ਤਨ ਛੁੱਟੇ ਮਨ ਕਹਾਂ ਸਮਾਈ, ਉਹ ਅਸੀਂ ਫਿਰ ਖੇਲ ਸਮਝਣਾ ਹੁੰਦਾ। ਹੁਣ ਤਨ ਦੀ ਖੁਰਾਕ ਲੈਣੀ, ਤਨ ਦਾ ਪਹਿਨਣਾ ਦੱਸਿਆ ਆ ਗੁਰਬਾਣੀ 'ਚ, ਮਨ ਦਾ ਪਹਿਨਣਾ ਦੱਸਿਆ ਹੈ। ਮਨ ਦਾ ਸਿਫਤ ਸਲਾਹ ਦਾ ਕੱਪੜਾ ਪਹਿਨਣਾ, ਜਿਹਨੂੰ ਮਾਰੇ ਕਹਿੰਦੇ ਪੁੱਤਾਂ ਕਾ ਭੋਜਨ ਹਰ ਨਾਮ ਨਿਰੰਜਨ ਪਹਿਨਣ ਭਗਤ ਵਡਿਆਈ। ਉਸੋ ਫਿਰ ਸਿਫਤ ਸਲਾਹ ਦਾ ਕੱਪੜਾ ਮਨ ਨੇ ਪਹਿਨਣਾ ਹੁੰਦਾ। ਜਿਵੇਂ ਅਸੀਂ ਤਨ 'ਤੇ ਕੱਪੜਾ ਪਾਉਂਦੇ ਹਾਂ, ਇੱਦਾਂ ਮਨ ਦਾ ਸਿਫਤ ਸਲਾਹ ਦਾ ਕੱਪੜਾ। ਇਵੇਂ ਹੀ ਗੁਰਬਾਣੀ ਦੇ ਵਿੱਚ ਆਪਾਂ ਨੂੰ ਦੱਸਿਆ ਆ, ਮਨ ਦੀ ਖੁਰਾਕ ਵੱਖਰੀ ਹੈ, ਤਨ ਦੀ ਖੁਰਾਕ ਵੱਖਰੀ ਹੈ। ਸੋ ਮਨ ਦੀ ਜਿਹੜੀ ਖੁਰਾਕ ਆ ਉਹ ਹੈਗੇ ਆ ਨਾਮ, ਜਿਹਨੂੰ ਮਾਰੇ ਕਹਿੰਦੇ ਮਨ ਕਾ ਤੋਸਾ ਹਰ ਨਾਮ ਹੈ ਹਿਰਦੇ ਰੱਖੋ ਸਮਾਲ। ਜਿਹੜਾ ਤਨ ਆ ਇਹਦੀ ਜਿਹੜੀ ਖੁਰਾਕ ਆ, ਜਿਹੜੇ 36 ਪ੍ਰਕਾਰ ਦੇ ਭੋਜਨ ਖਾਨੇ, ਜਿਹਨੂੰ ਮਾਰੇ ਕਹਿੰਦੇ ਉਹ ਨਿਸ਼ਚਿਤ ਕੀਤੀ ਗਈ ਹਰ ਇੱਕ ਦੀ ਖੁਰਾਕ। ਤਨ ਵਾਸਤੇ ਸਾਡੇ 36 ਪ੍ਰਕਾਰ ਦੇ ਭੋਜਨ ਬਣੇ ਆ ਜਿਹੜੇ ਅਸੀਂ ਖਾਂਦੇ ਹਾਂ, ਜਿਹਨੂੰ ਗੁਰੂ ਸਾਹਿਬ ਗੁਰਬਾਣੀ 'ਚ ਦੱਸਦੇ ਆ ਕਿ ਸਾਰਿਆਂ ਦੀ ਖੁਰਾਕ ਨਿਸ਼ਚਿਤ ਆ। ਸੋ ਗੁਰੂ ਸਾਹਿਬ ਨੇ ਆਪਾਂ ਨੂੰ ਗੁਰਬਾਣੀ 'ਚ ਕਿਹਾ ਕਿ ਉਹ ਨਹੀਂ ਅਸੀਂ ਖਾਣਾ ਜਿਹਦੇ ਨਾਲ ਸਾਡਾ ਤਨ ਪੀੜਿਆ ਜਾਏ, ਉਹ ਨਹੀਂ ਅਸੀਂ ਪਹਿਨਣਾ ਜਿਹਦੇ ਨਾਲ ਸਾਡਾ ਤਨ ਪੀੜਿਆ ਜਾਏ ਅਤੇ ਮਨ ਵਿੱਚ ਵਿਕਾਰ ਚੱਲਣ। ਸੋ ਤਨ ਦਾ ਉਨੀ ਦੇਰ ਸੰਬੰਧ ਰਹਿੰਦਾ ਆ ਸਾਡੇ ਮਨ ਨਾਲ ਜਿੰਨਾ ਚਿਰ ਅਸੀਂ ਸੰਸਾਰ 'ਚ ਵਿਚਰਦੇ ਹਾਂ। ਸੋ ਗੁਰਬਾਣੀ 'ਚ ਆਪਾਂ ਨੂੰ ਭੇਦ ਦਿੱਤਾ ਆ ਇਸ ਜੀਵਨ ਕਿਹੋ ਜਿਹਾ ਹੋਣਾ ਚਾਹੀਦਾ ਸਾਡਾ ਸੰਸਾਰ ਦੇ ਵਿੱਚ। ਜਿਹੜੀ ਐਕਸਰਸਾਈਜ਼ ਆ, ਡਾਈਟ ਆ, ਉਹ ਅਸੀਂ ਇਸ ਤਨ ਨੂੰ ਤੰਦਰੁਸਤ ਰੱਖਣ ਵਾਸਤੇ ਕਰਦੇ ਹਾਂ। ਲੇਕਿਨ ਜਿਹੜਾ ਸਾਡਾ ਜੀਵਨ ਆ, ਜਿਹੜੀ ਜੁਗਤੀ ਅਸੀਂ ਭੁੱਲ ਗਏ, ਉਹ ਸਤਿਗੁਰ ਰਾਹੀਂ ਅਸੀਂ ਇਸ ਸਰੀਰ ਦੇ ਵਿੱਚ ਰਹਿੰਦਿਆਂ ਹੋਇਆਂ ਜੁਗਤੀ ਸਿੱਖਣੀ ਹੁੰਦੀ ਹੈ ਇਸ ਸੰਸਾਰ 'ਚ ਵਿਚਰਦਿਆਂ ਹੋਇਆਂ। ਅਤੇ ਗੁਰੂ ਸਾਹਿਬ ਨੇ ਆਪਾਂ ਨੂੰ ਗੁਰਬਾਣੀ ਵਿੱਚ ਸਮਝਾਇਆ ਆ ਕਿ ਐਸੀ ਚੀਜ਼ ਨਹੀਂ ਅਸੀਂ ਖਾਣੀ ਜਿਹਦੇ ਨਾਲ ਸਾਡਾ ਤਨ ਪੀੜਿਆ ਜਾਏ ਅਤੇ ਮਨ ਵਿੱਚ ਵਿਕਾਰ ਚੱਲਣ। ਜਿਹਨੂੰ ਗੁਰੂ ਸਾਹਿਬ ਗੁਰਬਾਣੀ 'ਚ ਫਰਮਾਉਂਦੇ ਆ, ਬਾਬਾ ਹੋਰ ਖਾਣਾ ਖੁਸ਼ੀ ਖੁਆਰ ਜਿੱਤ ਖਾਧੇ ਤਨ ਪੀੜੀਏ ਮਨ ਮੈਂ ਚਲੇ ਵਿਕਾਰ। ਕਈ ਵਾਰੀ ਹੁੰਦਾ ਕਿ ਜਦੋਂ ਅਸੀਂ ਸੰਸਾਰ 'ਚ ਵਿਚਰਦੇ ਹਾਂ, ਇਹ ਜਿਹੀ ਚੀਜ਼ ਖਾ ਲਈਦੀ ਸਾਡਾ ਤਨ ਦੁਖਣ ਲੱਗ ਪੈਂਦਾ, ਫਿਰ ਸਾਡਾ ਮਨ ਨਹੀਂ ਲੱਗਦਾ। ਸੋ ਗੁਰਬਾਣੀ ਵਿੱਚ ਆਪਾਂ ਨੂੰ ਦੱਸਿਆ ਆ ਕਿ ਤਨ 'ਚ ਇਹੋ ਜਿਹੀ ਖੁਰਾਕ ਪਾਉਣੀ ਹੈ ਜਿਹਦੇ ਨਾਲ ਤਨ ਪੀੜਿਆ ਨਾ ਜਾਏ ਅਤੇ ਮਨ 'ਚ ਵਿਕਾਰ ਨਾ ਚੱਲਣ। ਫਿਰ ਮਹਾਰਾਜ ਕਹਿੰਦੇ ਆ ਕਿ ਜਿਹੜਾ ਤਨ ਦਾ ਪਹਿਨਣਾ ਹੈ, ਬਾਬਾ ਹੋਰ ਪਹਿਨਣ ਖੁਸ਼ੀ ਖੁਆਰ ਜਿੱਤ ਪੈਦੇ ਤਨ ਪੀੜੀਏ ਮਨ ਮੈਂ ਚਲੇ ਵਿਕਾਰ। ਕਈ ਵਾਰੀ ਅਸੀਂ ਕੱਪੜੇ ਇਹੋ ਜਿਹਾ ਪਾ ਲੈਂਦੇ ਹਾਂ ਕਿ
ਹਉਮੈ ਦੇ ਵਿੱਚ ਮਨ ਆ ਜਾਂਦਾ ਆ, ਉਹ ਤਨ ਸਾਡਾ ਪੀੜਿਆ ਜਾਂਦਾ ਆ ਅਤੇ ਮਨ 'ਚ ਵਿਕਾਰ ਚੱਲਦੇ ਆ, ਫੁਰਨੇ ਚੱਲਦੇ ਆ। ਸਾਡੇ ਤਨ ਨੂੰ ਦੁੱਖ ਦਿੰਦਾ ਕੱਪੜਾ ਅਤੇ ਫੁਰਨੇ ਚੱਲਦੇ ਆ। ਮਹਾਰਾਜ ਕਹਿੰਦੇ ਫਿਰ ਇਹ ਜਿਹਾ ਨਹੀਂ ਪਹਿਨਣਾ ਸੰਸਾਰ 'ਚ ਵਿਚਰਦਿਆਂ ਜਿਹੜਾ ਵਿਕਾਰਾਂ ਦੇ ਵਿੱਚ ਮਨ ਨੂੰ ਲੈ ਜੇ। ਇਹ ਆਪਾਂ ਨੂੰ ਗੁਰਬਾਣੀ ਸਮਝਾਇਆ ਤਨ ਵਾਸਤੇ। ਅਤੇ ਗੁਰਬਾਣੀ 'ਚ ਮਨ ਨੂੰ ਦੱਸਿਆ ਕਿ ਕਿਵੇਂ ਸੰਤੋਖ ਧਾਰਨ ਕਰਨਾ ਹੈ, ਕਿਵੇਂ ਲਿਵ ਦਾ ਰਸਤਾ ਅਖਤਿਆਰ ਕਰਨਾ ਹੈ। ਦਇਆ, ਨਿਮਰਤਾ, ਸਹਿਣਸ਼ੀਲਤਾ, ਜਸ, ਸੰਤੋਖ ਜਦੋਂ ਕਰਮ ਕਰਦੇ। ਸੋ ਤਨ ਦੇ ਵਾਸਤੇ ਵੀ ਕਰਮ ਕਰਨਾ ਜ਼ਰੂਰੀ ਆ ਸੰਸਾਰ 'ਚ ਰਹਿੰਦਿਆਂ, ਅਤੇ ਮਨ ਵਾਸਤੇ ਵੀ। ਜਿਹਨੂੰ ਮਹਾਰਾਜ ਕਹਿੰਦੇ ਆ ਸ਼ਰਮ ਅਤੇ ਧਰਮ ਸਾਡੀ ਕਾਇਮ ਰਹਿੰਦੀ ਆ ਜੇ ਸਾਡੇ ਕੋਲ ਸੰਸਾਰੀ ਧਨ ਵੀ ਹੈ ਸੰਸਾਰ 'ਚ ਵਿਚਰਨ ਵਾਸਤੇ, ਅਤੇ ਨਾਲ ਸਾਡੇ ਕੋਲ ਨਾਮ ਧਨ ਆ। ਜਿਹਨੂੰ ਮਹਾਰਾਜ ਕਹਿੰਦੇ ਸ਼ਰਮ ਧਰਮ ਦੋਏ ਨਾਨਕਾ ਜੇ ਧਨ ਪੱਲੇ ਪਾਏ। ਮਹਾਰਾਜ ਨੇ ਆਪਾਂ ਨੂੰ ਸਮਝਾਇਆ ਆ ਕਿ ਇਸ ਧਨ ਵਾਸਤੇ ਕਰਮ ਕਰਨਾ ਵੀ ਸੰਸਾਰ 'ਚ ਜ਼ਰੂਰੀ ਆ, ਜਿਹੜੇ ਕਰਮ ਦੇ ਨਾਲ ਸਾਨੂੰ ਜੋੜਿਆ ਗਿਆ। ਜਿਹਨੂੰ ਗੁਰੂ ਸਾਹਿਬ ਗੁਰਬਾਣੀ 'ਚ ਕਹਿੰਦੇ ਆ ਕਿਰਤਨੇ ਜੁਰੀਆ ਬਹੁ ਬਿਧ ਫਿਰੀਆ ਪਰ ਕੋ ਹਿਰੀਆ, ਕਿ ਕਿਰਤ ਨਾਲ ਜਦੋਂ ਜੋੜਿਆ ਅਸੀਂ ਇਹੋ ਜਿਹੀ ਕਿਰਤ ਕਰਨ ਲੱਗ ਪਏ ਕਿ ਅਸੀਂ ਆਪਣੇ ਆਪ ਨੂੰ ਹਰਾਉਣਾ ਸ਼ੁਰੂ ਕਰਤਾ। ਪੰਜਾਂ ਦਾ ਸਾਥ ਲੈ ਲਿਆ, ਕਾਮ, ਕ੍ਰੋਧ, ਲੋਭ, ਹੰਕਾਰ ਦਾ। ਇਹ ਮਨ ਵਾਸਤੇ ਆਪਾਂ ਨੂੰ ਦੱਸਿਆ ਕਿ ਕਰਮ ਕਰਦੇ ਹਾਂ, ਪੰਜਾਂ ਦਾ ਜੇ ਸਾਥ ਲੈਂਦੇ ਹਾਂ, ਕੋਈ ਵੀ ਅਸੀਂ ਕਰਮ ਕਰਦੇ ਹਾਂ ਸੰਸਾਰ 'ਚ ਵਿਚਰਦਿਆਂ ਹੋਇਆਂ ਇਸ ਤਨ ਨੂੰ ਪਾਲਣ ਵਾਸਤੇ, ਜੇ ਅਸੀਂ ਪੰਜਾਂ ਦਾ ਸਾਥ ਲੈਂਦੇ ਕਾਮ, ਕ੍ਰੋਧ, ਲੋਭ, ਹੰਕਾਰ ਦਾ, ਅਤੇ ਫਿਰ ਮਹਾਰਾਜ ਕਹਿੰਦੇ ਇਹ ਮਨ ਵਿਚਾਰਾਂ 'ਚ ਤੁਰਿਆ ਫਿਰਦਾ ਹੈ। ਪਰ ਕੋ ਹਿਰੀਆ ਆਪਣੇ ਆਪ ਨੂੰ ਹਰਾਉਣਾ ਸ਼ੁਰੂ ਕਰ ਦਿੰਦਾ, ਪਰ ਪੰਜਾਂ ਦੇ ਵੱਸ ਹੋ ਕੇ ਫਿਰ ਇਹ ਮਨ ਹਾਰਦਾ ਹੈ। ਵਿਖਣਾ ਘਿਰਿਆ ਬਿਖ ਸਾਗਰ ਦੇ ਵਿੱਚ ਤੁਰ ਪੈਂਦਾ ਆ। ਬਿਖ ਸਾਗਰ ਕਿਆ ਆ? ਤਮੋ ਗੁਣ ਦਾ ਸਾਥ ਲੈਣਾ ਕਰਮ ਕਰਦਿਆਂ ਹੋਇਆਂ, ਜਦੋਂ ਮਨ ਤਮੋ ਗੁਣ ਦਾ ਸਾਥ ਲੈਂਦਾ ਹੈ, ਕਾਮ, ਕ੍ਰੋਧ, ਲੋਭ, ਹੰਕਾਰ ਦਾ। ਸੋ ਫਿਰ ਮਹਾਰਾਜ ਨੇ ਆਪਾਂ ਨੂੰ ਸਮਝਾਇਆ ਆ ਗੁਰਬਾਣੀ ਦੇ ਵਿੱਚ ਕਿ ਕਿਰਤ ਕਿਵੇਂ ਦੀ ਕਰਨੀ ਹੈ, ਜਿਹੜੇ ਅਸੀਂ ਸੰਸਾਰ 'ਚ ਵਿਚਰਦੇ ਹਾਂ ਤਨ ਨੂੰ ਪਾਲਣ ਵਾਸਤੇ, ਕਿ ਜਿਹੜੇ ਸਾਨੂੰ ਪਰਮਾਤਮਾ ਦੇ ਨੇੜੇ ਵੀ ਲੈ ਆਵੇ। ਕਰਮ ਕਰਦਿਆਂ ਹੋਇਆਂ ਨਾਲ ਧਰਮ ਦਾ ਰਸਤਾ ਅਖਤਿਆਰ ਕਰਨਾ, ਦਇਆ, ਨਿਮਰਤਾ, ਸਹਿਣਸ਼ੀਲਤਾ, ਜਸ, ਸੰਤੋਖ ਰੱਖਣਾ। ਸੋ ਫਿਰ ਆਪਾਂ ਨੂੰ ਗੁਰਬਾਣੀ ਸਮਝਾਇਆ ਇਹ ਜਿਹਾ ਨਹੀਂ ਖਾਣਾ ਜਿਹਦੇ ਨਾਲ ਤਨ ਪੀੜਿਆ ਜਾਏ, ਇਹ ਜਿਹਾ ਨਹੀਂ ਪਹਿਨਣਾ ਜਿਹਦੇ ਨਾਲ ਤਨ ਪੀੜਿਆ ਜਾਏ ਅਤੇ ਮਨ ਵਿੱਚ ਵਿਕਾਰ ਚੱਲਣ। ਇਹ ਸੰਸਾਰ 'ਚ ਵਿਚਰਦੇ ਹਾਂ ਜਿਹੜੇ ਸਾਨੂੰ ਜੀਵਨ ਦੀ ਜੁਗਤ ਸਮਝਾਈ। ਇੰਨਾ ਤਾਂ ਪਤਾ ਲੱਗ ਗਿਆ ਕਿ ਅਸੀਂ ਸੰਸਾਰ ਵਿੱਚ ਆਏ ਹਾਂ ਅਤੇ ਚਲੇ ਜਾਣਾ। ਮਹਾਰਾਜ ਕਹਿੰਦੇ ਮੱਤ ਵਿੱਚ ਮਰਨ ਜੀਵਨ ਹੋਰ ਕੈਸਾ ਜਾਂ ਜੀਵਾਂ ਅਤੇ ਜੁਗਤ ਨਾ ਹੈ। ਜੁਗਤੀ ਅਸੀਂ ਭੁੱਲ ਗਏ ਕਿ ਕਿਵੇਂ ਜਿਉਣਾ ਹੈ ਸੰਸਾਰ 'ਚ। ਉਹ ਫਿਰ ਜੁਗਤੀ ਸਾਨੂੰ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਸਿਖਾਈ ਹੈ। ਤਨ ਦਾ ਵੀ ਦੱਸਿਆ ਅਤੇ ਮਨ ਦਾ ਵੀ ਦੱਸਿਆ। ਤਨ ਨਾਲ ਮੋਹ ਨਹੀਂ ਪਾਉਣਾ, ਪ੍ਰੀਤ ਪਾਉਣੀ ਹੈ ਪਰਮਾਤਮਾ ਦੇ ਨਾਲ ਸੰਸਾਰ 'ਚ ਵਿਚਰਦਿਆਂ ਹੋਇਆਂ ਵੀ। ਉਹ ਫਿਰ ਆਪਾਂ ਨੂੰ ਗੁਰਬਾਣੀ ਸਮਝਾਇਆ ਕਿ ਜਿਹੜੀ ਸ਼ਰਮ ਅਤੇ ਧਰਮ ਕਾਇਮ ਰਹਿੰਦੇ ਆ ਜਦੋਂ ਅਸੀਂ ਸੰਸਾਰੇ ਸਾਡੇ ਕੋਲ ਧਨ ਆ ਅਤੇ ਨਾਮ ਧਨ ਵੀ। ਪਰ ਪ੍ਰੀਤ ਕਿਹੜੇ ਧਨ ਨਾਲ ਪਾਉਣੀ ਹੈ? ਨਾਮ ਧਨ ਨਾਲ। ਇਹ ਸਿਰਫ ਧਨ ਵਾਸਤੇ ਅਸੀਂ ਸੰਸਾਰ 'ਚ ਵਿਚਰਦੇ ਹਾਂ ਅਤੇ ਧਨ ਜ਼ਰੂਰੀ ਆ ਕਰਮ ਕਰਦੇ ਹਾਂ ਇਸ ਸਰੀਰ ਨੂੰ ਪਾਲਣ ਵਾਸਤੇ। ਅਤੇ ਮਹਾਰਾਜ ਕਹਿੰਦੇ ਅਸਲੀ ਧਨ ਨਾਮ ਧਨ ਅਸੀਂ ਇਕੱਤਰ ਕਰਨਾ ਹੈ। ਜਿਹਨੂੰ ਗੁਰੂ ਸਾਹਿਬ ਕਹਿੰਦੇ ਆ ਸੋ ਧਨ ਮਿੱਤਰ ਨਾ ਕਾਂਢੀਐ ਜਿੱਤ ਸਿਰ ਚੋਟਾ ਖਾਏ। ਸੋ ਮਹਾਰਾਜ ਕਹਿੰਦੇ ਉਹਨੂੰ ਮਿੱਤਰ ਨਹੀਂ ਬਣਾਉਣਾ ਧਨ ਨੂੰ। ਜਿਹੜਾ ਅਸੀਂ ਸੰਸਾਰ 'ਚ ਵਿਚਰਦੇ ਧਨ ਇਕੱਠਾ ਕਰਦੇ ਹਾਂ ਇਹਦੇ ਨਾਲ ਮੋਹ ਨਹੀਂ ਪਾਉਣਾ, ਮਾਇਆ ਨਾਲ ਮੋਹ ਨਹੀਂ ਪਾਉਣਾ। ਸੋ ਧਨ ਮਿੱਤਰ ਨਾ ਕਾਢੀਏ ਕਿ ਜਿਹਦੇ ਨਾਲ ਸਾਡੇ ਸਿਰ ਵਿੱਚ ਚੋਟਾਂ ਪੈਣ। ਸੋ ਅਸੀਂ ਕੀ ਕਰਨਾ ਆ? ਨਾਮ ਨੂੰ ਵਣਜ ਕਰਨਾ, ਨਾਮ ਦਾ ਵਪਾਰ ਕਰਨਾ। ਇਹ ਤਨ ਦੀ ਖੁਰਾਕ ਵੀ ਲੈਣੀ ਹੈ ਸੰਸਾਰ ਵਿੱਚ। ਸੋ ਜਿਹੜੀ ਸਰੀਰ ਤੰਦਰੁਸਤ ਹੋਊਗਾ, ਐਕਸਰਸਾਈਜ਼ ਅਸੀਂ ਕਰਦੇ ਇਸ ਸਰੀਰ ਵਾਸਤੇ ਕਿ ਸਰੀਰ ਤੰਦਰੁਸਤ ਹੋਊਗਾ, ਫਿਰ ਅਸੀਂ ਕਰਮ ਕਰ ਸਕਦੇ ਸੰਸਾਰ ਵਿੱਚ। ਅਤੇ ਜਦੋਂ ਅਸੀਂ ਧਿਆਨ 'ਚ ਬੈਠਣਾ ਹੁੰਦਾ ਉਦੋਂ ਅਸੀਂ ਫਿਰ ਇਸ ਸਰੀਰ ਨੂੰ ਛੱਡ ਜਾਣਾ ਹੁੰਦਾ। ਇਹ ਜਿਹੜਾ ਡਾਈਟ ਲਾਈਫ ਸਟਾਈਲ ਸਾਡੀ ਜ਼ਿੰਦਗੀ ਦਾ ਪ੍ਰਭਾਵ ਪਾਉਂਦਾ ਪਰਮਾਤਮਾ ਨੂੰ ਮਿਲਣ ਵਿੱਚ, ਇਹ ਸਿਰਫ ਅਸੀਂ ਸਰੀਰ ਤੱਕ ਕਰਦੇ ਹਾਂ। ਪਰ ਜੇ ਸਾਡਾ ਸਰੀਰ ਤੰਦਰੁਸਤ ਹੈ ਫਿਰ ਅਸੀਂ ਸੰਸਾਰ 'ਚ ਵਿਚਰਦੇ ਕਰਮ ਕਰੂੰਗੇ। ਨਾਲ ਅਸੀਂ ਆਪਣਾ ਜੋ ਗੁਰਬਾਣੀ ਵਿੱਚ ਆਪਾਂ ਨੂੰ ਮਨ ਵਾਸਤੇ ਪਰਹੇਜ਼ ਦੱਸੇ ਆ ਉਹ ਪਰਹੇਜ਼ ਕਰਨੇ ਵੀ ਜ਼ਰੂਰੀ ਹੈ। ਕਿਉਂਕਿ ਜਦੋਂ ਅਸੀਂ ਸੰਸਾਰ ਵਿੱਚ ਵਿਚਰਨਾ ਇੱਥੇ ਸਾਡੇ ਜੀਵਨ ਦੀ ਅਸੀਂ ਜੁਗਤੀ ਸਿੱਖਣੀ ਆ, ਕਿਵੇਂ ਅਸੀਂ ਜੀਵਨ ਜੀਈਏ ਕਿ ਸੰਸਾਰ 'ਚ ਵਿਚਰਦਿਆਂ ਹੋਇਆਂ ਵੀ ਸਾਡੀ ਲਿਵ ਪਰਮਾਤਮਾ ਨਾਲ ਜੁੜੀ ਰਹੇ। ਉਹ ਫਿਰ ਸਾਨੂੰ ਜੀਵਨ ਦੀ ਜੁਗਤੀ ਸੰਸਾਰ 'ਚ ਸਮਝਾਈ। ਲੇਕਿਨ ਤਨ ਦਾ ਇੱਥੋਂ ਤੱਕ ਆ ਸਾਡਾ ਕਿ ਅਸੀਂ ਤਨ ਵਾਸਤੇ ਕਰਮ ਕਰਨਾ ਹੈ, ਤਨ ਨੂੰ ਪਾਲਣ ਵਾਸਤੇ, ਪਰਿਵਾਰ ਨੂੰ ਪਾਲਣ ਵਾਸਤੇ, ਸੰਸਾਰ 'ਚ ਵਿਚਰਨ ਵਾਸਤੇ। ਲੇਕਿਨ ਇਹਦੇ ਨਾਲ ਜੁੜਨਾ ਨਹੀਂ। ਅਸੀਂ ਜੁੜਨਾ ਆ ਸੱਚ ਨਿਰੰਕਾਰ ਪਰਮਾਤਮਾ ਦੇ ਨਾਲ, ਉਹਦੇ ਨਾਮ ਨਾਲ ਸੰਸਾਰ 'ਚ ਰਹਿੰਦਿਆਂ ਹੋਇਆਂ। ਅਤੇ ਅੰਤ ਸਮੇਂ ਅਸੀਂ ਉਸ ਸਰੀਰ ਨੂੰ ਛੱਡਣਾ ਆ।
ਇਸ ਸਰੀਰ ਨੂੰ ਛੱਡਣਾ, ਇਸ ਕਰਕੇ ਇਸ ਸਰੀਰ ਨਾਲ ਪ੍ਰੀਤ ਨਹੀਂ ਪਾਉਣੀ। ਅਤੇ ਮਹਾਰਾਜ ਕਹਿੰਦੇ ਜੇ ਅਸੀਂ ਪਰਮਾਤਮਾ ਦੇ ਨਾਮ ਨਾਲ ਜੁੜਾਂਗੇ, ਉਹਦੇ ਸ਼ਬਦ ਦੀ ਵਿਚਾਰ ਕਰਾਂਗੇ, ਮਨ 'ਤੇ ਸਿਫਤ ਸਲਾਹ ਦੇ ਕੱਪੜਾ ਪਾਵਾਂਗੇ, ਫਿਰ ਸਾਡਾ ਮਨ ਅਤੇ ਤਨ ਦੋਵੇਂ ਧੋਤੇ ਜਾਂਦੇ। ਫਿਰ ਇਹ ਤਨ ਵੀ ਦੇ ਜਿਹੜੇ 5 ਤੱਤ ਇਹ ਪਵਿੱਤਰ ਹੋ ਜਾਂਦੇ, ਇਹ ਵੀ ਧੋਤੇ ਜਾਂਦੇ, ਜਿਹਨੂੰ ਮਹਾਰਾਜ ਕਹਿੰਦੇ ਮਨ ਤਨ ਧੋਵੈ ਸ਼ਬਦ ਵਿਚਾਰੀ, ਕਿ ਮਨ ਅਤੇ ਤਨ ਦੋਵੇਂ ਧੋਤੇ ਜਾਂਦੇ। ਅਤੇ ਜੇ ਅਸੀਂ ਨਾਮ ਨੂੰ ਵਿਸਾਰ ਦਿੰਦੇ ਹਾਂ, ਫਿਰ ਮਨ ਅਤੇ ਤਨ ਦੋਵੇਂ ਦੁਖੀ ਹੁੰਦੇ ਆ, ਕਿਉਂਕਿ ਮਾਇਆ ਦੇ ਵਿੱਚ ਸਿਰਫ ਅਸੀਂ ਵਿਚਰੇ ਰਹਿੰਦੇ, ਇੱਥੇ ਰੋਗ ਲੱਗਦੇ ਰਹਿੰਦੇ ਆ, ਕਿਉਂਕਿ ਸਿਰਫ ਅਸੀਂ ਸਭ ਕੁਛ ਭੁੱਲ ਜਾਂਦੇ, ਖਾਣਾ ਕੀ ਆ, ਪਹਿਨਣਾ ਕੀ ਆ, ਉਹ ਸਾਰਾ ਕੁਛ ਅਸੀਂ ਭੁੱਲ ਜਾਂਦੇ। ਜਦੋਂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਸ਼ਰਨ ਵਿੱਚ ਜਾਂਦੇ ਹਾਂ, ਗੁਰੂ ਸਾਹਿਬ ਦੀ ਸ਼ਰਨ ਵਿੱਚ ਜਾਂਦੇ ਹਾਂ, ਉਹ ਸਾਨੂੰ ਸਾਰਾ ਫਿਰ ਭੇਦ ਦਿੰਦੇ ਆ, ਤਨ ਦਾ ਵੀ ਅਤੇ ਮਨ ਦਾ ਵੀ। ਅਤੇ ਜੇ ਮਹਾਰਾਜ ਕਹਿੰਦੇ ਨਾਮ ਵਿਸਾਰ ਮਨ ਤਨ ਦੁੱਖ ਪਾਇਆ, ਕਿ ਕਹਿੰਦੇ ਜੇ ਤੁਸੀਂ ਸਿਰਫ ਇੱਥੇ ਤਨ ਵਾਸਤੇ ਲੱਗੇ ਰਹੇ, ਨਾਮ ਨੂੰ ਵਿਸਾਰ ਦਿੱਤਾ, ਮਨ ਅਤੇ ਤਨ ਦੋਵੇਂ ਦੁਖੀ ਹੋ ਜਾਂਦੇ। ਨਾਮ ਵਿਸਾਰ ਮਨ ਤਨ ਦੁੱਖ ਪਾਇਆ, ਮਾਇਆ ਮੋਹ ਸਭ ਰੋਗ ਕਮਾਇਆ। ਮਾਇਆ ਦੇ ਨਾਲ ਮੋਹ ਪਾ ਲਿਆ, ਪ੍ਰੀਤ ਪਾ ਲਈ। ਕਈ ਹੁੰਦਾ ਹੈ ਕਿ ਸਟਰੈਸ ਹੋ ਜਾਂਦਾ, ਕਈਆਂ ਨੂੰ ਬਹੁਤ, ਕੋਈ ਘਰਾਂ 'ਚ ਇਹ ਜਿਹੀ ਗੱਲ ਹੋ ਜਾਂਦੀ ਆ, ਸੰਸਾਰ 'ਚ ਇਹ ਜਿਹੀ ਗੱਲ ਹੋ ਜਾਂਦੀ ਆ ਕਿ ਉਹ ਸਟਰੈਸ ਲੈ ਲੈਂਦੇ ਆ। ਉਹ ਸਟਰੈਸ ਇੰਨਾ ਲੈਂਦੇ, ਉਹ ਸਰੀਰ 'ਤੇ ਵੀ ਅਸਰ ਦਿਖਾਈ ਦਿੰਦਾ ਆ, ਸਰੀਰ ਪੀੜਿਆ ਜਾਂਦਾ ਆ। ਉਹ ਫਿਰ ਜਿਹੜੀ ਸਟਰੈਸ ਆ ਉਹ ਘੱਟ ਹੁੰਦੀ ਹੈ ਨਾਮ ਦੁਆਰਾ, ਸਿਮਰਨ ਦੁਆਰਾ, ਮਨ ਨੂੰ ਸਮਝਾਉਣ ਦੁਆਰਾ। ਉਹ ਫਿਰ ਗੁਰਬਾਣੀ ਦੀ ਵਿਚਾਰ ਦੁਆਰਾ ਭੇਦ ਲੱਗਦਾ ਹੈ। ਸੋ ਗੁਰਬਾਣੀ ਵਿੱਚ ਆਪਾਂ ਨੂੰ ਸਮਝਾਇਆ ਆ, ਜੇ ਅਸੀਂ ਸਰੀਰ ਦੇ ਰਸਾਂ ਦੇ ਵਿੱਚ ਲੱਗੇ ਜਾਂਦੇ ਹਾਂ, ਫਿਰ ਦੁੱਖ ਲੱਗਦਾ। ਕਹਿੰਦੇ ਜੇਤੇ ਰਸ ਸਰੀਰ ਕੇ ਤੇਤੇ ਲੱਗੇ ਦੁੱਖ, ਜੇ ਅਸੀਂ ਰਸਾਂ 'ਚ ਪੈ ਜਾਂਦੇ। ਪਰ ਜੇ ਸਾਨੂੰ ਪਤਾ ਹੈ ਕਿ ਆਹ ਖੁਰਾਕ ਸਾਡੇ ਸਰੀਰ ਵਾਸਤੇ ਸਹੀ, ਬਸ ਇੰਨਾ ਖਾਣਾ ਆ, ਅਸੀਂ ਇੰਨਾ ਕੀ ਪਹਿਨਣਾ ਆ, ਅਸੀਂ ਉਸ ਸੰਸਾਰ 'ਚ ਵਿਚਰਦੇ ਹਾਂ, ਇਹ ਵੀ ਜ਼ਰੂਰੀ ਆ। ਗੁਰਬਾਣੀ ਵਿੱਚ ਆਪਾਂ ਨੂੰ ਸਮਝਾਇਆ ਤਨ ਤੱਕ ਵਿੱਚ ਜਦੋਂ ਤੱਕ ਅਸੀਂ ਵਿਚਰਦੇ ਸੰਸਾਰ ਦੇ ਵਿੱਚ। ਅਤੇ ਜੇ ਅਸੀਂ ਨਾਮ ਨੂੰ ਵਿਸਾਰ ਕੇ ਰੱਖਦੇ, ਫਿਰ ਆਂਦੇ ਦੁਖੀ ਰਹਿੰਦਾ ਮਨ ਵੀ ਅਤੇ ਤਨ ਵੀ, ਕਿਉਂਕਿ ਨਾਮ ਨੇ ਸਾਨੂੰ ਆਸਰਾ ਦੇਣਾ ਹੁੰਦਾ, ਜਿਹਨੂੰ ਮਹਾਰਾਜ ਕਹਿੰਦੇ ਬਿਨ ਨਾਮੇ ਮਨ ਤਨ ਹੈ ਕੁਸ਼ਟੀ ਨਰਕੇ ਵਾਸਾ ਪਾਇੰਦਾ। ਮਨ ਅਤੇ ਤਨ ਨੂੰ ਵੀ ਕੁਸ਼ਟੀ ਕਹਿ ਦਿੱਤਾ, ਕਿ ਇਹਨੂੰ ਵੀ ਕੂੜ ਦਾ ਰੋਗ ਲੱਗਾ ਹੋਇਆ ਹੈ, ਮਨ ਨੂੰ ਵੀ ਲੱਗਾ ਹੋਇਆ ਹੈ, ਜੇ ਨਾਮ ਨੂੰ ਵਿਸਾਰਿਆ। ਅਤੇ ਜੇ ਅਸੀਂ ਗੁਰਬਾਣੀ ਗੁਰੂ ਦੀ ਸ਼ਰਨ ਵਿੱਚ ਆ ਕੇ ਖੇਲ ਨੂੰ ਸਮਝ ਲੈਂਦੇ ਹਾਂ, ਸਾਡਾ ਮਨ ਅਤੇ ਤਨ ਦੋਵੇਂ ਧੋਤੇ ਜਾਂਦੇ। ਅਤੇ ਇਹ ਫਿਰ ਸਰੀਰ ਵੀ ਸਾਡਾ ਪ੍ਰਵਾਨ ਹੋ ਜਾਂਦਾ, ਜੇ ਸਤਿਗੁਰ ਨਾਲ ਸਾਡਾ ਚਿੱਤ ਲੱਗ। ਸਰੀਰ ਨੂੰ ਇਹ ਸਮਝਾਇਆ ਗਿਆ ਕਿ 5 ਤੱਤ ਆ ਜਿਹੜੇ ਸਾਡੇ ਸਰੀਰ ਦੇ ਵੀ, ਇਹ ਸਰੀਰਾ ਮੇਰਿਆ ਇਸ ਜਗ ਮੈਂ ਆਏ ਕੇ ਕਿਆ ਤੁਧ ਕਰਮ ਕਮਾਇਆ, ਕਿ ਕਰਮ ਕਮਾਇਆ ਤੁਧ ਸਰੀਰਾ ਜਾ ਤੂੰ ਜਗ ਮਹਿ ਆਇਆ। ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨ ਵਸਾਇਆ। ਫਿਰ ਮਨ ਦੀ ਗੱਲ ਕੀਤੀ ਕਿ ਹਰੀ ਮਨ ਵਿੱਚ ਵਸਣਾ ਹੈ, ਇਸ ਸਰੀਰ ਦੇ ਵਿੱਚ ਰਹਿੰਦਿਆਂ ਹੋਇਆਂ। ਗੁਰ ਪ੍ਰਸਾਦੀ ਹਰ ਮਨ ਵਸਿਆ ਪੂਰਬ ਲਿਖਿਆ ਪਾਇਆ, ਕਹਿ ਨਾਨਕ ਇਹੋ ਸਰੀਰ ਪ੍ਰਵਾਨ ਹੁਆ ਜਿਨ ਸਤਿਗੁਰ ਸਿਉ ਚਿੱਤ ਲਾਇਆ। ਕਿ ਫਿਰ ਇਸ ਸਰੀਰ ਵੀ ਪ੍ਰਵਾਨ ਹੋ ਜਾਂਦਾ ਜਿਹਨੇ ਸਤਿਗੁਰ ਨਾਲ ਚਿੱਤ ਲਾ ਲਿਆ। ਸੋ ਗੁਰਬਾਣੀ 'ਚ ਆਪਾਂ ਨੂੰ ਦੱਸਿਆ ਜਿੰਨਾ ਚਿਰ ਅਸੀਂ ਸੰਸਾਰ 'ਚ ਵਿਚਰਨਾ, ਇਸ ਸਰੀਰ ਵਿੱਚ ਵਿਚਰਨਾ, ਇਹ ਵੀ ਤੰਦਰੁਸਤ ਹੋਣਾ ਚਾਹੀਦਾ ਹੈ। ਉਹ ਚੀਜ਼ ਖਾਣੀ, ਉਹ ਪਹਿਨਣੀ ਜਿਹਦੇ ਨਾਲ, ਕਿਉਂਕਿ ਮਨ ਦਾ ਇਹਦੇ ਨਾਲ ਸੰਪਰਕ ਆ, ਮਨ ਦੇ ਵਿਕਾਰ ਨਾ ਵਧਣ। ਕਿਉਂਕਿ ਜਦੋਂ ਅਸੀਂ ਕਿਸੇ ਦੇ ਤਨ ਨੂੰ ਵੇਖਦੇ ਹਾਂ, ਕੋਈ ਸਾਡੇ ਸਾਹਮਣੇ ਜਾ ਰਿਹਾ, ਉਹ ਤਨ ਦੇ ਵੱਲ ਸਾਡਾ ਧਿਆਨ ਹੋ ਜਾਂਦਾ, ਵਿੱਚੋਂ ਮਨ ਦੇਖਦੇ ਨਹੀਂ। ਜਿੰਨਾ ਚਿਰ ਅਸੀਂ ਉਸ ਸਟੇਜ 'ਤੇ ਨਹੀਂ ਮੰਨ ਜਾਂਦਾ, ਅਭਿਆਸ ਕਰ ਕਰਕੇ, ਸਿਮਰਨ ਕਰ ਕਰਕੇ, ਫਿਰ ਉਹ ਵਿਕਾਰ ਚੱਲਣ ਲੱਗ ਪੈਂਦੇ। ਸੋ ਅਸੀਂ ਗੁਰਬਾਣੀ ਗੁਰੂ ਰਾਹੀਂ ਭੇਦ ਲੈ ਕੇ ਜਿੰਨਾ ਚਿਰ ਇਸ ਸਰੀਰ ਵਿੱਚ ਰਹਿਣਾ, ਇਸ ਸੰਸਾਰ 'ਚ ਵਿਚਰਨਾ, ਉਨੀ ਦੇਰ ਅਸੀਂ ਨਾਲ ਗੁਰਬਾਣੀ ਰਾਹੀਂ ਜੀਵਨ ਦੀ ਜਾਂਚ ਸਿੱਖੀ ਜਾਣੀ ਹੈ ਕਿ ਜਦੋਂ ਅਸੀਂ ਸੰਸਾਰ 'ਚ ਵਿਚਰਨਾ, ਪਰਿਵਾਰਾਂ ਵਿੱਚ ਵਿਚਰਨਾ, ਕਿਵੇਂ ਵਿਚਰਨਾ, ਕਿਵੇਂ ਕਿਰਤ ਨਾਲ ਜੁੜਦੇ ਹਾਂ। ਜਦੋਂ ਤਨ ਵਾਸਤੇ ਕਿਰਤ ਇਕੱਠੀ ਕਰਦੇ ਹਾਂ, ਉਦੋਂ ਅਸੀਂ ਲਿਵ ਦਾ ਰਸਤਾ ਅਖਤਿਆਰ ਕਰਨਾ, ਧਾਤ ਦਾ ਬਿਕ ਸਾਗਰ ਨੂੰ ਛੱਡ ਦੇਣਾ। ਬਿਕ ਸਾਗਰ ਆ ਜਿਹਦੇ 'ਚ ਕਾਮ ਕ੍ਰੋਧ ਅਹੰਕਾਰ, ਉਹਨੂੰ ਛੱਡ ਕੇ ਅਸੀਂ ਲਿਵ ਦਾ ਰਸਤਾ ਅਖਤਿਆਰ ਕਰਨਾ, ਦਇਆ ਨਿਮਰਤਾ ਸਹਿਣਸ਼ੀਲਤਾ ਜਸ ਸੰਤੋਖ ਦਾ। ਇਹ ਧਿਆਨ ਕਰਦੇ ਹੋਏ ਨਾਲ ਅਸੀਂ ਸਿਮਰਨ ਕਰਨਾ ਹੁੰਦਾ, ਜਿਹਨੂੰ ਮਹਾਰਾਜ ਕਹਿੰਦੇ ਉੱਠਤ ਬੈਠਤ ਹਰ ਹਰ ਧਿਆਈਏ ਅੰਦਿਨ ਸੋ ਕਿਰਤ ਕਰੀਏ। ਫਿਰ ਅਸੀਂ ਜਦੋਂ ਰਾਤ ਨੂੰ ਸੌਣਾ, ਫਿਰ ਇਸ ਸਰੀਰ ਨੂੰ ਛੱਡਣਾ ਸਿੱਖਣਾ ਹੁੰਦਾ, ਜਿਹਨੂੰ ਮਹਾਰਾਜ ਕਹਿੰਦੇ ਤਨ ਛੁੱਟੇ ਮਨ ਕਹਾਂ ਸਮਾਈ। ਜਦੋਂ ਫਿਰ ਉਹ ਛੱਡਣਾ ਆ ਜਾਂਦਾ, ਫਿਰ ਸਾਨੂੰ ਭੇਦ ਲੱਗ ਜਾਂਦਾ ਕਿ ਕਿਵੇਂ ਸਰੀਰ ਨੂੰ ਛੱਡੀਦਾ, ਸਾਡੀ ਸੁਰਤੀ ਕਿਵੇਂ ਸਰੀਰ ਨੂੰ ਛੱਡ ਕੇ ਜਾਂਦੀ ਰਾਤ ਨੂੰ। ਇਵੇਂ ਗੁਰਮੁਖਾਂ ਨੇ ਸਵਾਲ ਕੀਤਾ ਸੀ, ਸਰੀਰ ਠੀਕ ਨਹੀਂ ਰਹਿੰਦਾ, ਉਹ ਸਿੰਘਾਂ ਬਾਰੇ ਦੱਸੋ ਜਿਨ੍ਹਾਂ ਨੇ ਬੰਦ ਕਟਵਾਏ, ਉਹਨਾਂ ਨੇ ਕਿਹੜੀ ਅਵਸਥਾ ਧਾਰਨ ਕੀਤੀ ਸੀ। ਉਹ ਵੀ ਸੰਸਾਰ 'ਚ ਆਏ, ਸੰਸਾਰ 'ਚ ਰਹਿੰਦਿਆਂ ਹੋਇਆਂ ਉਹਨਾਂ ਨੇ ਪਰਮਾਤਮਾ ਨਾਲ ਮਿਲਾਪ ਕੀਤਾ। ਜਿਹੜੇ ਗੁਰਮੁਖਾਂ ਦੀ ਅਵਸਥਾ ਸੀ, ਉਹ ਫਿਰ ਸੁਰਤੀ ਸਰੀਰ ਤੋਂ ਉੱਪਰ ਉਠਾਉਣੀ ਸਿੱਖ ਲੈਂਦੇ। ਜਿਵੇਂ ਹੁਣ ਆਪਾਂ ਵੀ ਦੇਖੋ ਧਿਆਨ ਦਾ ਸਾਰਾ ਖੇਲ ਆ,
ਕਿ ਆਪਾਂ ਸੰਸਾਰ 'ਚ ਉਵੇਂ ਵਿਚਰਦੇ ਹੋਏ ਜੇ ਕੋਈ ਟੀਕਾ ਲੱਗਦਾ ਹੈ, ਸਾਡੇ ਸੂਈ ਲੱਗਦੀ ਤਾਂ ਸਾਨੂੰ ਉਹ ਮਹਿਸੂਸ ਹੁੰਦੀ ਹੈ, ਪਰ ਜਦੋਂ ਸਾਡਾ ਪੂਰਾ ਧਿਆਨ ਉਹ ਸੂਈ 'ਚ ਹੁੰਦਾ ਹੈ ਕਿ ਸੂਈ ਸਾਨੂੰ ਡਾਕਟਰ ਲਾ ਰਿਹਾ ਹੈ, ਤੇ ਸਾਡਾ ਪੂਰਾ ਧਿਆਨ ਹੁੰਦਾ ਤਾਂ ਫਿਰ ਸਾਨੂੰ ਬਹੁਤ ਦਰਦ ਮਹਿਸੂਸ ਹੁੰਦੀ ਕਿਉਂਕਿ ਸੂਈ ਵੱਜਦੀ ਹੁੰਦੀ। ਜੇ ਮਾੜਾ ਜਿਹਾ ਅਸੀਂ ਧਿਆਨ ਪਾਸੇ ਲੈ ਜਾਈਏ ਤਾਂ ਉਸ ਡਾਕਟਰ ਸੂਈ ਮਾਰਦੇ ਆ ਅਤੇ ਉਹ ਫਿਰ ਪਤਾ ਹੀ ਨਹੀਂ ਲੱਗਦਾ ਕਿ ਟੀਕਾ ਲੱਗ ਗਿਆ ਕਿ ਨਹੀਂ। ਇੱਦਾਂ ਹੀ ਧਿਆਨ ਦਾ ਸਾਰਾ ਖੇਲ ਆ। ਗੁਰਮੁਖਾਂ ਨੇ ਆਪਣੇ ਧਿਆਨ ਸੁਰਤੀ ਜੋ ਗੁਰਬਾਣੀ 'ਚ ਮਨ ਨੂੰ ਹੀ ਕਿਹਾ ਆ, ਇਹ ਸੁਰਤੀ ਉਠਾਉਣੀ ਸਿੱਖ ਲਈ ਸੀ ਆਪਣੇ ਸਰੀਰ ਦੇ ਵਿੱਚੋਂ। ਅਤੇ ਜਦੋਂ ਫਿਰ ਗੁੱਟ ਤੋਂ ਸ਼ੁਰੂ ਕੀਤਾ, ਉਹ ਕਹਿੰਦੇ ਨਹੀਂ ਇੱਥੋਂ ਪੋਟੇ ਤੋਂ ਸ਼ੁਰੂ ਕਰੋ। ਜੋ ਪੋਟੇ ਤੋਂ ਫਿਰ ਉਹ ਨਾਲ ਸੁਰਤੀ ਆਪਣੀ ਪਿੱਛੇ ਲਈ ਗਏ। ਫਿਰ ਉਹ ਦਰਦ ਮਹਿਸੂਸ ਨਹੀਂ ਹੁੰਦਾ ਕਿਉਂਕਿ ਉਹਨਾਂ ਦਾ ਸੱਚ ਵਿੱਚ ਆਉਣਾ ਜਾਣਾ ਸੀ, ਸੁਖਮ ਨੂੰ ਕੱਢਣਾ ਸਰੀਰ 'ਚੋਂ ਸਿੱਖਿਆ ਹੋਇਆ ਸੀ, ਕਿਵੇਂ ਪਰਮਾਤਮਾ ਨਾਲ ਮਿਲਾਪ ਕਰਨਾ। ਉਹ ਫਿਰ ਜਦੋਂ ਜਿਵੇਂ ਉਹ ਕੱਢਦੇ ਉਹਨੂੰ ਸੁਰਤੀ ਆਪਣੀ ਪਿੱਛੇ ਹਟਾਈ ਗਏ। ਇੱਦਾਂ ਹੀ ਆਪਾਂ ਗੁਰਬਾਣੀ ਰਾਹੀਂ ਜੀਵਨ ਦੀ ਜਾਂਚ ਸਿੱਖ ਕੇ ਫਿਰ ਅਸੀਂ ਵੀ ਆਪਣੇ ਇਸ ਤਨ ਨੂੰ ਛੱਡਣਾ ਸਿੱਖਣਾ ਹੁੰਦਾ। ਸੋ ਤਨ ਅਤੇ ਮਨ ਦਾ ਗੁਰਬਾਣੀ ਸਾਨੂੰ ਭੇਦ ਦਿੱਤਾ, ਲੇਕਿਨ ਜਿਹੜਾ ਪਰਮਾਤਮਾ ਨੂੰ ਮਿਲਣਾ ਉਹ ਸਾਡੇ ਮਨ ਨੇ ਮਿਲਣਾ, ਸਰੀਰ ਨੇ ਸਾਡੇ ਨੇ ਇੱਥੇ ਰਹਿ ਜਾਣਾ। ਜਦੋਂ ਆਪਾਂ ਅਭਿਆਸ ਕਰਦਿਆਂ ਸਰੀਰ ਨੂੰ ਛੱਡਣਾ ਹੀ ਸਿੱਖਣਾ ਹੁੰਦਾ ਸੀ। ਅਤੇ ਜਦੋਂ ਅਸੀਂ ਰਾਤ ਨੂੰ ਚਲੇ ਜਾਂਦੇ ਫਿਰ ਸਾਨੂੰ ਪਤਾ ਹੁੰਦਾ ਕਿ ਸਾਡਾ ਮਨ ਕਿੱਥੇ ਜਾਂਦਾ, ਜੇ ਆਪਾਂ ਉਹ ਪ੍ਰੈਕਟੀਕਲ ਅਭਿਆਸ ਕਰ ਲੈਂਦੇ। ਪਰ ਜਦੋਂ ਸੰਸਾਰ 'ਚ ਵਿਚਰਨਾ, ਉਹ ਫਿਰ ਇਹ ਜਿਹੜਾ ਸਰੀਰ ਨਾਲ ਸਾਨੂੰ ਜੋੜਿਆ ਜਾਂਦਾ ਆ, ਇਹ ਵੀ ਫਿਰ ਅਸੀਂ ਇੱਥੇ ਖਿਆਲ ਰੱਖਣਾ ਕਿ ਦੁਬਦਾ, ਨਿੰਦਿਆ, ਚੁਗਲੀ ਅਤੇ ਹਉਮੈ ਲੋਕ ਲੱਜਾ ਤੋਂ ਉੱਪਰ ਉੱਠਣਾ ਨਾਲ। ਕਿਉਂਕਿ ਜਿਵੇਂ ਡਾਕਟਰ ਪਰਹੇਜ਼ ਦੱਸਦੇ ਆ, ਨਾਲ ਦਵਾਈ ਦਿੰਦੇ ਆ। ਜੇ ਸਿਰਫ ਅਸੀਂ ਦਵਾਈ ਖਾਈ ਜਾਂਦੇ ਹਾਂ, ਪਰਹੇਜ਼ ਨਹੀਂ ਕਰਦੇ, ਤਾਂ ਉਹ ਫਿਰ ਉੱਥੇ ਹੀ ਸਾਡਾ ਕੰਮ ਰਹਿੰਦਾ ਹੈ। ਹੁਣ ਕਈ ਕਹਿ ਦਿੰਦੇ ਗੁਰਮੁਖ ਸਿਮਰਨ ਅਭਿਆਸ ਬਹੁਤ ਕਰਦੇ ਆ ਲੇਕਿਨ ਅਵਸਥਾ ਨਹੀਂ ਬਣਦੀ। ਉਹ ਫਿਰ ਕੀ ਹੁੰਦਾ, ਜਦੋਂ ਅਸੀਂ ਸੰਸਾਰ 'ਚ ਵਿਚਰਨਾ ਹੁੰਦਾ ਆ, ਉਹ ਦੇਖਣਾ ਹੁੰਦਾ ਹੈ ਕਿ ਅਸੀਂ ਕੀ ਕਰ ਰਹੇ ਹਾਂ ਸੰਸਾਰ ਦੇ ਵਿੱਚ ਵਿਚਰਦਿਆਂ ਹੋਇਆਂ। ਕਿ ਜੋ ਗੁਰੂ ਸਾਹਿਬ ਨੇ ਦੱਸਿਆ ਹੈ ਵੀ ਸੰਸਾਰ ਤੁਮ ਦੇਖਦੇ ਹਰ ਕਾ ਰੂਪ ਹੈ, ਰੂਪ ਨਦਰੀ ਆਇਆ। ਇੱਕ ਪਾਸੇ ਸਿਮਰਨ ਕਰੀ ਜਾਂਦੇ, ਦੂਜੇ ਪਾਸੇ ਨਿੰਦਿਆ, ਦੁਬਦਾ, ਦਵੈਤ ਉਹ ਵੀ ਚੱਲ ਰਹੀ ਹੈ। ਇਹਦਾ ਮਤਲਬ ਫਿਰ ਕਿ ਅਸੀਂ ਫਿਰ ਪਰਮਾਤਮਾ ਤੋਂ ਦੂਰ ਹੀ ਰਹਿੰਦੇ ਹਾਂ। ਦੂਜੇ ਪਾਸੇ ਅਸੀਂ ਕਈ ਪਰਹੇਜ਼ ਕਰੀ ਜਾਂਦੇ ਆ ਕਿ ਕਿਸੇ ਦਾ ਮਾੜਾ ਨਾ ਕਰੋ, ਕਿ ਦੁਬਦਾ ਨਾ ਕਰੋ, ਇਹਨਾਂ ਚੀਜ਼ਾਂ ਤੋਂ ਗੁਰੇਜ਼ ਕਰੀ ਜਾਂਦੇ ਆ ਕਿ ਇਹ ਨਹੀਂ ਕਰਨੀਆਂ। ਅਸੀਂ ਆਪਾਂ ਪਰਿਵਾਰਾਂ 'ਚ ਪਾਲਣਾ ਆ, ਉੱਥੋਂ ਤੱਕ ਹੀ ਸੀਮਿਤ ਰਹਿੰਦੇ ਕਿ ਚੰਗੇ ਕੰਮ ਕਰ ਲਓ, ਪਰਿਵਾਰ ਨੂੰ ਪਾਲ ਲਓ, ਚੰਗਾ ਆਪਣਾ ਸੰਸਾਰ 'ਚ ਵਿਚਰੋ, ਇਹੀ ਸਾਰਾ ਕੁਛ ਭਗਤੀ ਹੈ। ਪਰ ਗੁਰੂ ਸਾਹਿਬ ਨੇ ਆਪਾਂ ਨੂੰ ਸਮਝਾਇਆ ਜੇ ਸਿਰਫ ਇੱਥੋਂ ਤੱਕ ਸੀਮਿਤ ਰਹਿੰਦੇ ਆ, ਨਾਮ ਨਹੀਂ ਜਪਦੇ, ਫਿਰ ਸਾਡਾ ਪਾਰ ਉਤਾਰਾ ਨਹੀਂ ਹੁੰਦਾ। ਸੋ ਦੋਵੇਂ ਅਸੀਂ ਸੰਸਾਰ 'ਚ ਵਿਚਰਦਿਆਂ ਵੀ ਜਿਹੜੀ ਚੀਜ਼ ਰੱਖਣੀ ਹੈ ਨਾਲ, ਉਹ ਹੈ ਲੋਕ ਲੱਜਾ, ਦੁਬਦਾ, ਦਵੈਤ ਤੋਂ ਉੱਪਰ, ਨਿੰਦਿਆ ਨਹੀਂ ਕਰਨੀ ਅਤੇ ਹਉਮੈ ਵਿੱਚ ਨਹੀਂ ਆਉਣਾ, ਅਤੇ ਪੰਜਾਂ ਦਾ ਸਾਥ ਨਹੀਂ ਲੈਣਾ, ਲਿਵ ਦਾ ਰਸਤਾ ਅਖਤਿਆਰ ਕਰਨਾ। ਇਹ ਜੀਵਨ ਦੀ ਜੁਗਤੀ ਤਨ ਵਿੱਚ ਰਹਿੰਦਿਆਂ ਹੋਇਆਂ ਜਦੋਂ ਇਸ ਸੰਸਾਰ ਵਿੱਚ ਅਸੀਂ ਮਨ ਰਾਹੀਂ ਵਿਚਰਦੇ। ਇੱਦਾਂ ਹੀ ਫਿਰ ਮਹਾਰਾਜ ਕਹਿੰਦੇ ਹਰ ਕਾ ਨਾਮ ਅੰਮ੍ਰਿਤ ਹੈ ਦਾਰੂ ਲਾਇਓ, ਨਾਲ ਪਰਹੇਜ਼ ਕਰੋ, ਨਾਲ ਦਾਰੂ ਲਾਓ। ਸੋ ਜੀਵਨ ਵਿੱਚ ਵਿਚਰਦਿਆਂ ਹੋਇਆਂ ਸਾਡਾ ਜੀਵਨ ਵੀ ਇਹੋ ਜਿਹਾ ਹੋਣਾ ਚਾਹੀਦਾ ਗੁਰਮੁਖਾਂ ਵਾਲਾ। ਸੰਸਾਰ 'ਚ ਜਿਹੜਾ ਲਾਈਫ ਸਟਾਈਲ ਸਾਡਾ ਹੋਣਾ ਚਾਹੀਦਾ, ਜਿਹੜਾ ਅਸੀਂ ਜੀਵਨ 'ਚ ਵਿਚਰਨਾ ਆ, ਉਹ ਗੁਰਮੁਖਾਂ ਵਾਲਾ ਹੋਣਾ ਚਾਹੀਦਾ ਜੋ ਗੁਰਬਾਣੀ 'ਚ ਸਾਨੂੰ ਸਮਝਾਇਆ ਹੈ। ਜਾਏ ਪੁੱਛੋ ਸੁਹਾਗਣੀ ਤੁਸੀਂ ਰਾਵਿਆ ਕਿਨੀ ਗੁਣੀ, ਸਹਿਜ ਸੰਤੋਖ ਸ਼ਿੰਗਾਰਿਆ ਮਿੱਠਾ ਬੋਲਣੀ। ਪੇਰ ਰਸਾਲੂ ਤਾਂ ਮਿਲੇ ਜਾਂ ਗੁਰ ਕਾ ਸ਼ਬਦ ਸੁਣੀ। ਕਿ ਜਦੋਂ ਅਸੀਂ ਨਾਮ ਨਾਲ ਧਿਆਨ ਲਾਉਂਗੇ, ਗੁਰੂ ਦੇ ਸ਼ਬਦ ਨਾਲ, ਫਿਰ ਪਰਮਾਤਮਾ ਨਾਲ ਮਿਲਾਪ ਹੋਏਗਾ। ਅਤੇ ਸੰਸਾਰ ਵਿੱਚ ਵਿਚਰਦਿਆਂ ਇਹ ਗੁਣ ਧਾਰਨ ਕਰਨੇ ਆ, ਸਹਿਜ ਸੰਤੋਖ ਸ਼ਿੰਗਾਰਿਆ ਮਿੱਠਾ ਬੋਲਣੀ। ਇਹ ਆਪਾਂ ਨੂੰ ਦੋਵੇਂ ਚੀਜ਼ਾਂ ਨਾਲ ਚੱਲਣਗੀਆਂ। ਅਤੇ ਫਿਰ ਜਦੋਂ ਅਸੀਂ ਤਨ ਨੂੰ ਛੱਡ ਕੇ ਜਾਣਾ, ਫਿਰ ਨਾਮ ਵਿੱਚ ਨਾਮ ਸੁਣਦਾ, ਨਾਮ ਵਿੱਚ ਸਮਾ ਕੇ ਸੱਚ ਦੇ ਸਨਮੁਖ ਹੋਣਾ। ਸੋ ਨਾਲ ਪਰਹੇਜ਼ ਵੀ ਜ਼ਰੂਰੀ ਆ ਅਤੇ ਨਾਲ ਸਿਮਰਨ ਵੀ ਜ਼ਰੂਰੀ ਆ। ਪਰਮਾਤਮਾ ਨੂੰ ਮਿਲਣ ਦੀ ਗੱਲ ਆ, ਉਦੋਂ ਫਿਰ ਤਨ ਨੂੰ ਛੱਡ ਕੇ ਨਾਮ 'ਚ ਸਮਾਉਣਾ, ਜਿਹਨੂੰ ਮਹਾਰਾਜ ਕਹਿੰਦੇ ਹਰ ਜਨ ਹਰ ਹਰ ਨਾਮ ਸਮਾਣੇ, ਦੁੱਖ ਜਨਮ ਮਰਨ ਭਵ ਖੰਡਾ ਹੈ। ਸੋ ਭਗਤੀ ਅਤੇ ਨਾਲ ਸਾਡੇ ਸੰਸਾਰ 'ਚ ਵਿਚਰਨਾ, ਉਹ ਵੀ ਦੱਸਿਆ ਸਾਨੂੰ। ਜੀਵਨ ਦੀ ਜਾਂਚ ਸਿਖਾਈ ਗੁਰਬਾਣੀ 'ਚ। ਇੰਨਾ ਪਤਾ ਲੱਗ ਗਿਆ ਸੰਸਾਰ 'ਚ ਚਲੇ ਜਾਣਾ, ਪਰ ਜਿਹੜੀ ਅਸੀਂ ਜੁਗਤੀ ਜੀਵਨ ਦੀ, ਉਹ ਗੁਰੂ ਰਾਹੀਂ ਸਿੱਖ ਕੇ ਅਸੀਂ ਸੱਚ ਨਾਲ ਮਿਲਾਪ ਕਰਨਾ। ਗੁਰਬਾਣੀ 'ਚ ਸਾਨੂੰ ਸਾਰੇ ਸਵਾਲਾਂ ਦੇ ਸਾਡੇ ਜਵਾਬ ਦਿੱਤੇ ਹੋਏ ਆ। ਸੋ ਉਸ ਤਰੀਕੇ ਨਾਲ ਅਸੀਂ ਸਵਾਲ ਦਾ ਜਵਾਬ ਲੈ ਕੇ ਜੀਵਨ ਨੂੰ ਢਾਲਣਾ ਹੈ। ਸੋ ਵਾਹਿਗੁਰੂ ਜੀ ਸਾਡੇ ਸਾਰਿਆਂ 'ਤੇ ਕਿਰਪਾ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।